भोगी पे आवे चाओ मत दे भूला विसरै तेरा चेतन आवे नाओ महाराज दुनी ते नाम विसरो ना विसरो 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 महाराज दुनी ते नाम विसरो अपना नाम देहो गुण गावा दिन रात नानक जाओ रे हो ਮੱਸਿਆ ਦੇ ਪਵਿੱਤਰ ਦਿਹਾੜੇ ਨੂੰ ਮਨਾਉਂਦਿਆਂ ਹੋਇਆਂ ਆਪ ਸਾਰੀਆਂ ਸੰਗਤਾਂ ਹੀ ਦੂਰ ਦਰਾਡਿਆਂ ਤੋਂ ਚੱਲ ਕੇ ਆਏ ਹੋ। ਆਪ ਜੀ ਵੱਡੇ ਹੀ ਵਡਭਾਗੇ ਹੋ। ਦਾਸ ਤੋਂ ਪਹਿਲਾਂ ਵੀ ਤੁਹਾਡੀ ਜਥਿਆਂ ਪਾਸੋਂ ਆਪ ਜੀ ਨੇ ਹਰੀ
ਸਰਵਣ ਕੀਤਾ ਹੈ। ਵੱਡਿਆਂ ਭਾਗਾਂ ਵਾਲਿਆਂ ਕਲਯੁਗ ਦੇ ਸਮੇਂ ਦੇ ਵਿੱਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਨੇਕੀ ਗੋਦ ਦੇ ਅੰਦਰ ਬੈਠਣ ਦਾ ਇਹ ਸਮਾਂ ਸਾਨੂੰ ਪ੍ਰਾਪਤ ਹੋਇਆ। ਕੀਰਤਨ ਭਗਤੀ ਪਿਆਰਿਓ, ਇਹ ਕਲਯੁਗ ਦੇ ਸਮੇਂ ਦੇ ਵਿੱਚ ਕੀਰਤਨ ਭਗਤੀ ਨੂੰ ਸਭ ਤੋਂ ਉੱਤਮ ਮੰਨਿਆ ਗਿਆ, ਪ੍ਰਧਾਨਗੀ ਦਾ ਦਰਜਾ ਦਿੱਤਾ ਗਿਆ ਹੈ। ਆਪ ਜੀ ਨੇ 9ਵੇਂ ਮਹੱਲੇ ਕੇ ਸ਼ਲੋਕ ਸਰਵਣ ਕੀਤੇ ਸੀ। ਪਹਿਲਾ ਹੀ ਸ਼ਲੋਕ ਹੈ, ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਹੀਨ। ਗੁਣ ਗਾਉਣ ਦੀ ਗੱਲ ਕੀਤੀ ਹੈ, ਭਾਵ ਕੀਰਤਨ ਭਗਤੀ ਹੈ। ਜੇ ਇਹ ਕਲਯੁਗ ਦੇ ਸਮੇਂ ਦੇ ਵਿੱਚ ਆ ਕੇ ਪਿਆਰਿਆ ਤੈਂ ਉਸ ਰੱਬ ਜੀ ਦੇ ਗੁਣ ਨਹੀਂ ਗਾਏ, ਉਸ ਪਰਮਾਤਮਾ ਨੂੰ ਯਾਦ ਨਹੀਂ ਕੀਤਾ, ਤੂੰ ਜ਼ਿੰਦਗੀ ਦੇ ਵਿੱਚ ਵਿਚਰਦਿਆਂ ਉਹ ਨਾਮ ਤੋਂ ਟੁੱਟ ਕੇ ਇੱਕ ਸਾਖਤ ਬਣ ਗਿਆ, ਤਾਂ ਪਿਆਰਿਆ ਹੀਰੇ ਵਰਗਾ ਜਨਮ ਸੀ। ਇਹ ਹੀਰੇ ਵਰਗਾ ਜਨਮ ਸੀ। ਤੂੰ ਇਸ ਦੁਨੀਆ ਤੋਂ ਜਾ ਰਿਹਾ। ਅੱਜ ਦੁਨੀਆ ਬੜੀ ਜਾ ਰਹੀ ਹੈ। ਕਈਆਂ ਨੂੰ ਕਰੋਨਾ ਲੈ ਗਿਆ, ਕਈਆਂ ਨੂੰ ਆਪਣੇ ਘਰਾਂ ਦੇ ਦੁੱਖ ਕਲੇਸ਼ ਲੈ ਕੇ ਜਾਣਾ ਸਭ ਨੇ ਹੈ ਭਾਈ, ਜਾ ਰਹੇ ਹੈ। ਪਰ ਇਹ ਦੁਨੀਆ ਤੇ ਬਣਨਾ ਸੀ ਦੇਵਤੇ, ਪਰ ਸਾਖਤ ਬਣ ਕੇ ਜਾ ਰਹੇ ਹੈ। ਕਬੀਰ ਸਾਖਤ ਕੈਸਾ ਹੈ? ਇਹ ਸਾਖਤ ਕਿਦਾਂ ਦਾ ਹੁੰਦਾ ਹੈ ਭਾਈ? ਆਪਾਂ ਨਾਮ ਨਹੀਂ ਜਪਦੇ ਸਾਖਤ ਬਣ ਜਾਂਦੇ ਹਾਂ। ਕਬੀਰ ਸਾਖਤ ਕੈਸਾ ਹੈ? ਜੈਸੀ ਲਸਣ ਕੀ ਖਾਣ। ਜਿਵੇਂ ਲਸਣ ਦੀ ਖਾਣ ਹੁੰਦੀ ਹੈ ਨਾ, ਕੋਨੇ ਬੈਠੇ ਖਾਈਏ ਪ੍ਰਗਟ ਹੋਏ ਨਿਦਾਨ। ਚਾਹੇ ਕੋਨੇ ਵਿੱਚ ਬੈਠ ਕੇ ਲਸਣ ਖਾ ਲਓ, ਪਰ ਜਦੋਂ ਬੋਲਾਂਗੇ ਤਾਂ ਉਹਦੀ ਸੁਗੰਧਤ ਨੇ, ਉਹਦੀ ਵਾਸ਼ਨਾ ਨੇ ਦੱਸ ਹੀ ਦੇਣਾ ਵੀ ਖਾਧਾ ਹੈ। ਮੈਂ ਸਿੱਧਿਆਂ ਸ਼ਬਦਾਂ ਵਿੱਚ ਕਹਿ ਦਵਾਂ, ਸਾਖਤ ਕਿਵੇਂ ਦਾ ਹੁੰਦਾ ਹੈ ਭਾਈ? ਦਰਖਤ ਨਾਲੋਂ ਜਿਹੜੀ ਟਾਹਣੀ ਟੁੱਟ ਜਾਵੇ ਉਹ ਸਾਖਤ ਹੈ, ਕਿਉਂਕਿ ਟੁੱਟੀ ਹੋਈ ਟਾਹਣੀ ਨੂੰ ਆਪਾਂ ਨਾਲ ਨਹੀਂ ਜੋੜ ਸਕਦੇ ਦੁਬਾਰੇ। ਉਹ ਤਾਂ ਫਿਰ ਇੱਕੇ ਕੰਮ ਆਉਂਦੀ ਹੈ। ਕਾਹਦੇ ਕੰਮ ਆਉਂਦੀ ਹੈ ਭਾਈ? ਬਾਲਣ ਦੇ ਕੰਮ ਆਉਂਦੀ ਹੈ। ਇਸੇ ਤਰ੍ਹਾਂ ਭਾਈ ਇਹ ਜੋ ਮਨੁੱਖਾ ਜਨਮ ਹੈ, ਜਦੋਂ ਅਸੀਂ ਸਾਖਤ ਬਣ ਗਏ, ਨਾਮ ਤੋਂ ਵਿਉਣੇ ਹੋ ਗਏ, ਮਤ ਦੇਖ ਭੂਲਾ ਵਿਸਰਿਆ ਤੇਰਾ ਚੇਤਨ ਆਇਆ ਮੈਂ ਨਾਉ। ਇਹਦੀ ਬੰਦੇ ਦੀ ਮਤ ਵੇਖੋ, ਇਹ ਰੱਬ ਨੂੰ ਭੁੱਲੀ ਫਿਰਦਾ ਹੈ। ਹੀਰਿਆਂ ਵਰਗਾ ਜਨਮ ਸੀ। ਇਸ ਜਨਮ ਦੇ ਵਿੱਚ ਵੀ ਦੋਸ਼ ਹੀ ਦੋਸ਼ ਖੱਟੇ। ਜਿਵੇਂ ਆਪਾਂ ਵੇਖਦੇ ਆ ਨਾ, ਕੀਟਾ ਅੰਦਰ ਕੀਟ ਕਰ, ਦੋਸ਼ੀ ਦੋਸ਼ ਕਰੇ। ਆਪਾਂ ਕੀੜਾ ਆਖ ਦਿੰਦੇ ਆ ਆਪਣੇ ਪੰਜਾਬ ਦੇ, ਜਿਵੇਂ ਸੱਪ ਨੂੰ ਆਪਾਂ ਆਖ ਦਿੰਦੇ ਆ ਵੀ ਕੀੜਾ ਲੜ ਗਿਆ। ਉਹ ਸੱਪ ਦੀ ਤਰ੍ਹਾਂ ਮਨੁੱਖ ਦੇ ਜੀਵਨ ਵਿੱਚ ਵੀ ਦੋਸ਼ ਹੀ ਦੋਸ਼ ਰਹੇ। ਪਰ ਵੇਖੋ ਪਿਆਰਿਓ, ਸੱਪ ਜ਼ਹਿਰੀਲਾ ਹੈ, ਜੂਨੀ ਹੈ ਉਸਦੀ, ਪਰ ਸੱਚੇ ਪਾਤਸ਼ਾਹ ਨੇ ਉਹਨੂੰ ਇੱਕ ਖਾਸ ਚੀਜ਼ ਦਿੱਤੀ ਹੈ, ਸੱਪ ਨੂੰ, ਜਿਹਨੂੰ ਆਪਾਂ ਮਣੀ ਆਖ ਦਿੰਦੇ ਆ। ਆਪੋ ਸਤਨਾਮ ਸ੍ਰੀ ਵਾਹਿਗੁਰੂ। ਜਿਹਨੂੰ ਆਪਾਂ ਮਣੀ ਆਖ ਦਿੰਦੇ ਆ। 999 ਪ੍ਰਜਾਤੀਆਂ ਲਿਖਦੇ ਨੇ ਸੱਪਾਂ ਦੀਆਂ ਨੇ, ਤੇ ਸਾਧ ਸੰਗਤ ਜੀ ਉਹਨਾਂ ਵਿੱਚੋਂ 3 ਪ੍ਰਕਾਰ ਦੇ ਸੱਪ ਮਣੀਆਂ ਵਾਲੇ ਆ। ਵੇਖੋ ਕਿੱਡੀ ਕੀਮਤੀ ਚੀਜ਼, ਮਣੀ ਦਾ ਮੁੱਲ ਨਹੀਂ ਪਾ ਸਕਦਾ ਕੋਈ। ਪੂਰੀ ਦੁਨੀਆ ਦੇ ਪੈਸੇ ਇਕੱਠੇ ਕਰ ਲਓ, ਸਮਾਂ ਆਵੇਗਾ ਮੁੱਲ ਵੀ ਪੈ ਜਾਵੇਗਾ, ਪਰ ਸਾਧ ਸੰਗਤ ਜੀ ਜਿਹੜਾ ਆਹ ਸਰੀਰਕ ਰੂਪੀ ਅਮੋਲਕ ਹੀਰਾ, ਇਹਦਾ ਕਦੇ ਮੁੱਲ ਨਹੀਂ ਪੈ ਸਕਦਾ। ਆਪੋ ਸਤਨਾਮ ਸ੍ਰੀ ਵਾਹਿਗੁਰੂ। ਨਾ ਮੁੱਲ ਪੈ ਸਕਦਾ ਤੇ ਨਾ ਕਦੇ ਪੈ ਸਕੇਗਾ। ਇਹਨੂੰ ਸਾਂਭੀਏ ਭਾਈ। ਵੇਖੋ 3 ਪ੍ਰਕਾਰ ਦੇ ਮਣੀਆਂ ਵਾਲੇ ਸੱਪ ਹੁੰਦੇ ਨੇ। ਹੁਣ ਮੈਂ ਵਰਤੋਂ ਦੀ ਗੱਲ ਕਰਾਂ ਵੀ ਵਰਤੋਂ, ਸਾਡਾ ਸਰੀਰ ਮਣੀ ਰੂਪੀ ਸਾਡਾ ਸਰੀਰ ਹੈ, ਠੀਕ ਹੈ ਜੀ। ਤੇ ਜੇ ਆਪਾਂ ਸੱਪ ਦਾ ਲੈ ਲਈਏ, ਉਹਦੇ ਕੋਲ ਵੀ ਮਣੀ ਹੈ। ਵੇਖੋ ਰੱਬ ਜੀ ਦੀ ਕੁਦਰਤ ਹੈ। ਤੇ ਸਾਧ ਸੰਗਤ ਪਹਿਲੇ ਨੰਬਰ ਦੇ ਜਿਹੜੇ ਸੱਪ ਹੁੰਦੇ ਆ,
ਮਣੀਆਂ ਵਾਲੇ। ਉਹ ਕੀ ਕਰਦੇ ਆ, ਜਦੋਂ ਰਾਤ ਹੁੰਦੀ ਆ ਮੂੰਹ ਚੋਂ ਮਣੀ ਕੱਢ ਲੈਂਦੇ ਆ ਤੇ ਕੱਢ ਕੇ ਉਹਨਾਂ ਨੇ ਬਾਹਰ ਰੱਖ ਲੈਣੀ, ਸਾਹਮਣੇ ਰੱਖ ਲੈਣੀ। ਜਦੋਂ ਮਣੀ ਕੱਢ ਕੇ ਰੱਖ ਲਈ ਤਾਂ ਉਹਦੇ ਤੇ ਮਣੀ ਦੀ ਨਿਸ਼ਾਨੀ ਹੈ ਵੀ ਉਹਦੇ ਵਿੱਚੋਂ ਰੋਸ਼ਨੀ ਪੈਦਾ ਹੁੰਦੀ ਹੈ। ਤੇ ਸਾਧ ਸੰਗਤ ਜਦੋਂ ਉਹ ਸਰਪ ਮਣੀ ਨੂੰ ਬਾਹਰ ਕੱਢ ਕੇ ਰੱਖਦਾ ਤਾਂ ਰੋਸ਼ਨੀ ਹੋ ਜਾਂਦੀ ਹੈ। ਆਪਾਂ ਵੇਖਦੇ ਹਾਂ ਵੀ ਜਦੋਂ ਕਿਤੇ ਲਾਈਟ ਵਲਦੀ ਹੋਵੇ, ਭੂੰਡ ਪਵੱਖੜ ਕੀੜੇ ਮਕੌੜੇ ਨੇੜੇ ਆ ਜਾਂਦੇ ਆ। ਤੇ ਇਹ ਸੱਪ ਦੇਖੋ ਤੁਸੀਂ ਸਾਧ ਸੰਗਤ, ਇਹਨੇ ਵਰਤੋਂ ਹੀਰੇ ਦੀ ਵਰਤੋਂ, ਕਿਵੇਂ ਹੀਰੇ ਦੀ ਵਰਤੋਂ ਕੀਤੀ, ਕਾਹਦੇ ਵਾਸਤੇ ਹੀਰੇ ਦੀ ਵਰਤੋਂ ਕੀਤੀ। ਇਹਨੇ ਬਾਹਰ ਕੱਢ ਕੇ ਰੱਖ ਲਿਆ, ਉਹਦੇ ਨੇੜੇ ਕੀੜੇ ਮਕੌੜੇ ਆਏ, ਇਹਨੇ ਛੱਕ ਕੇ ਆਪਣਾ ਪੇਟ ਭਰਿਆ। ਕੋ ਸਤਨਾਮ ਸ੍ਰੀ ਵਾਹਿਗੁਰੂ। ਤੇ ਸਾਧ ਸੰਗਤ ਇਹ ਸੱਪ ਸੀ ਸਾਡੇ ਵਰਗੇ, ਮੇਰੇ ਵਰਗੇ, ਜਿਹੜੇ ਇਹ ਗੁਰੂ ਸਾਹਿਬ ਦੀ ਬਖਸ਼ਿਸ਼ ਨੂੰ ਸਿਰਫ ਆਪਣੇ ਢਿੱਡ ਪਾਲਣ ਵਾਸਤੇ ਹੀ ਨਿਭਾਉਂਦੇ ਆ, ਸਿਰਫ ਢਿੱਡ ਪਾਲਣ ਵਾਸਤੇ ਹੀ ਕੀਰਤਨ ਕਰਦੇ ਆ। ਤੇ ਦੂਜੇ ਸੱਪ, ਹੁਣ ਤੁਹਾਡੀ ਵਾਰੀ ਆ ਗਈ। ਤੇ ਦੂਜੇ ਸੱਪ ਕੀ ਕਰਦੇ ਆ, ਉਹਨਾਂ ਨੇ ਆਪਣੀ ਮਣੀ ਕੱਢਣੀ, ਮਣੀ ਇੰਨੀ ਚਮਕਦੀ ਹੈ, ਉਹ ਸੱਪ ਕੀ ਕਰਦਾ, ਉਹਦੇ ਆਲੇ ਦੁਆਲੇ ਨੱਚਣ ਲੱਗ ਜਾਂਦਾ, ਛਾਲਾਂ ਮਾਰਨ ਲੱਗ ਜਾਂਦਾ ਵੀ ਇੰਨੀ ਸੋਹਣੀ ਚੀਜ਼ ਚਮਕ ਰਹੀ ਹੈ, ਛਾਲਾਂ ਮਾਰਨ ਲੱਗ ਜਾਂਦਾ ਹੈ। ਤੇ ਸਾਧ ਸੰਗਤ ਮਣੀ ਦੀ ਵਰਤੋਂ, ਛਾਲਾਂ ਮਾਰੀ ਗਿਆ ਮਾਰੀ ਗਿਆ ਮਾਰੀ ਗਿਆ, ਪਤਾ ਹੀ ਨਹੀਂ ਲੱਗਿਆ ਵੀ ਸਵੇਰ ਕਦੋਂ ਹੋ ਗਈ। ਤੇ ਸਾਧ ਸੰਗਤ ਮੜਾ ਜਿਹਾ ਖੜਕਾ ਹੋਇਆ, ਸੱਪ ਨੂੰ ਭੱਜਣਾ ਪਿਆ, ਮਣੀ ਉੱਥੀ ਰਹਿ ਗਈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਹੈ ਨੇ ਸਾਡੇ ਵਰਗੇ, ਅਸੀਂ ਵੀ ਅਮੋਲਕ ਹੀਰਾ ਮਿਲਿਆ ਤਾਂ ਹੈ, ਉਹ ਸੱਪ ਮਾਂਗ ਬਸ ਦੁਨੀਆ ਦੇ ਰੰਗ ਤਮਾਸ਼ੇ ਦੇਖੀ ਗਏ, ਸਾਡੀਆਂ ਅੱਖਾਂ ਨਹੀਂ ਭਰੀਆਂ। ਸਾਧ ਸੰਗਤ ਦੁਨੀਆ ਦੇ ਰੰਗ ਤਮਾਸ਼ੇ ਦੇਖੇ, ਅਸੀਂ ਨਹੀਂ ਰੱਜੇ। ਤੇ ਆਖੀਰ ਨੂੰ ਜਦੋਂ ਆਖਰੀ ਸਮਾਂ ਆ ਜਾਂਦਾ ਤਾਂ ਇਸ ਹੀਰਾ ਛੱਡ ਕੇ ਸਾਨੂੰ ਵੀ ਫਿਰ ਜਾਣਾ ਪੈਂਦਾ ਹੈ। ਤੇ ਹੀਰਾ ਖਰਾਬ ਹੋ ਜਾਂਦਾ ਹੈ, ਜਨਮ ਖਰਾਬ ਕਰ ਲੈਨੇ ਆਪਾਂ ਹੀਰਾ ਰੂਪੀ। ਤੇ ਸਾਧ ਸੰਗਤ ਨੰਬਰ 3 ਤੇ ਗੁਰਮੁਖ ਵਿਰਤੀ ਵਾਲੇ ਸਭ, ਜਿਨ੍ਹਾਂ ਨੂੰ ਆਪਾਂ ਗੁਰਮੁਖ ਵਿਰਤੀ ਵਾਲੇ ਸਰਪ ਕਹਿ ਦਈਏ। ਇਹਨਾਂ ਦਾ ਸੁਭਾਅ ਹੁੰਦਾ ਹੈ, ਇਹ ਮਣੀ ਕੱਢਦੇ ਨੇ, ਪਰ ਕੱਢਦੇ ਨੇ ਪੂਰਨਮਾਸ਼ੀ ਵਾਲੇ ਦਿਨ। ਪੂਰਨਮਾਸ਼ੀ ਵਾਲੇ ਦਿਨ ਇਹ ਮਣੀ ਕੱਢਦੇ ਨੇ। ਇਹਨਾਂ ਨੇ ਕੀ ਕਰਨਾ, ਆਪਣੀ ਮਣੀ ਬਾਹਰ ਕੱਢਣੀ, ਉੱਚੀ ਥਾਂ ਤੇ ਰੱਖ ਦੇਣੀ। ਗੁਰਮੁਖ ਬਿਰਤੀ ਵਾਲੇ ਸਰਪ ਨੇ ਜਿਹੜੇ, ਉੱਚੀ ਥਾਂ ਤੇ ਰੱਖ ਦਿੱਤੀ। ਤੇ ਸਾਧ ਸੰਗਤ ਜਦੋਂ ਉੱਚੀ ਥਾਂ ਤੇ ਰੱਖੀ, ਉਧਰ ਚੰਦਰਮਾ ਦੀਆਂ ਕਿਰਨਾਂ ਆਉਂਦੀਆਂ ਨੇ, ਇੱਧਰ ਇਹਦੀਆਂ ਕਿਰਨਾਂ ਜਾਂਦੀਆਂ ਨੇ। ਜਦੋਂ ਆਪਸ ਵਿੱਚ ਮਿਲਦੀਆਂ ਨੇ ਨਾ, ਤਾਂ ਸਾਧ ਸੰਗਤ ਉੱਥੇ ਅੰਮ੍ਰਿਤ ਪੈਦਾ ਹੁੰਦਾ ਹੈ। ਜਦੋਂ ਇਹ ਆਪਸ ਵਿੱਚ ਮਿਲਦੀਆਂ ਨੇ, ਅੰਮ੍ਰਿਤ ਪੈਦਾ ਹੁੰਦਾ ਹੈ। ਬਾਣੀ ਵਿੱਚ ਵੀ ਪੜ੍ਹਨਾ ਹੈ, ਬਾਣੀ ਵਿੱਚ ਗੁਰੂ ਸਾਹਿਬ ਦੱਸਦੇ ਨੇ, ਸੋਮਵਾਰ ਸਸ ਅੰਮ੍ਰਿਤ ਝਰੈ। ਇਹਨੂੰ ਸੋਮਵਾਰ ਨਹੀਂ ਪੜ੍ਹਨਾ, ਇਹਨੂੰ ਪੜ੍ਹਨਾ ਸੋਮਵਾਰ ਹੈ, ਇਕੱਠਾ ਪੜ੍ਹਨਾ ਅੱਡ ਕਰਕੇ। ਸੋਮ ਕਹਿੰਦੇ ਚੰਦਰਮਾ ਨੂੰ, ਵਾਰ ਕਹਿੰਦੇ ਨੇ ਦਿਨ ਨੂੰ। ਸੋਮਵਾਰ ਸਸ ਅੰਮ੍ਰਿਤ ਝਰੈ, ਚਾਖਤ ਬੇਗ ਸਗਲ ਬਿਖਰੈ। ਚਾਖਤ ਬੇਗ ਕਹਿੰਦੇ ਨੇ ਜਲਦੀ। ਜਦੋਂ ਸਾਧ ਸੰਗਤ ਉਹ ਕਿਰਨਾਂ ਦੇ ਨਾਲ ਅੰਮ੍ਰਿਤ ਪੈਦਾ ਹੁੰਦਾ ਹੈ ਨਾ, ਇਹ ਜਲਦੀ ਦੇ ਕੇ ਆਪਣਾ ਮੂੰਹ ਹੇਠਾਂ ਕਰ ਲੈਂਦਾ ਹੈ, ਉਹਨੂੰ ਚੱਟ ਲੈਂਦਾ ਹੈ। ਤੇ ਸਾਧ ਸੰਗਤ ਚਾਖਤ ਬੇਗ ਸਗਲ ਬਿਖਰੈ, ਤੇ ਆਪਣੇ ਅੰਦਰੋਂ ਜ਼ਹਿਰ ਖਤਮ ਕਰ ਲੈਂਦਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੇ ਸਾਧ ਸੰਗਤ ਆਪਾਂ ਵੀ ਜਦੋਂ ਆਪਾਂ ਇਹ ਸਰੀਰਕ ਰੂਪੀ ਮਣੀ ਨੂੰ, ਹੀਰੇ ਰੂਪੀ ਸਰੀਰ ਨੂੰ ਗੁਰੂ ਸਾਹਿਬ ਦੇ ਸਾਹਮਣੇ ਰੱਖਾਂਗੇ, ਬੈਠੇ ਆ ਜਿਵੇਂ ਮਹਾਰਾਜ ਪ੍ਰਕਾਸ਼ਵਾਰ ਨੇ ਬੈਠੇ ਆ। ਤੇ ਸਾਧ ਸੰਗਤ ਜਦੋਂ ਗੁਰੂ ਉਪਦੇਸ਼ ਦੀਆਂ ਕਿਰਨਾਂ ਸਾਡੇ ਸਰੀਰਕ ਰੂਪੀ ਮਣੀ ਤੇ ਪੈਣਗੀਆਂ, ਤਾਂ ਸਾਧ ਸੰਗਤ ਰਸ ਪੈਦਾ ਹੋਵੇਗਾ। ਆਪਾਂ ਕੀਰਤਨ ਕਰਦੇ ਆ, ਰਸ ਪੈਦਾ ਹੁੰਦਾ ਹੈ। ਇੱਕ ਗੱਲ ਚੇਤਾ ਰੱਖਿਓ, ਜੇ ਕੀਰਤਨ ਦਾ ਰਸ ਨਹੀਂ ਆਇਆ, ਜੇ ਕੀਰਤਨ ਦਾ ਰਸ ਨਹੀਂ ਆਇਆ ਤਾਂ ਉਹ ਅੰਮ੍ਰਿਤ ਨਹੀਂ ਬਣ ਸਕਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮੈਂ ਬੇਨਤੀ ਕਰਦਾ ਸੀ, ਕੀਰਤਨ ਭਗਤੀ ਨੂੰ ਪਹਿਲਾ ਸ਼ਲੋਕ ਸੀ, ਗੁਣ ਗੋਬਿੰਦ ਗਾਇਓ ਨਹੀਂ ਜਨਮੈ ਕਾਰਥ ਹੀਨ। ਆਖਰੀ ਸ਼ਲੋਕ ਆਪਾਂ ਪੜ੍ਹ ਲਈਏ, ਨਾਨਕ ਹਰਿ ਗੁਣ ਗਾਏ ਰੇ ਛਾੜ ਸਗਲ ਜੰਜਾਲ।
ਕੀਰਤਨ ਭਗਤੀ ਨੂੰ ਪ੍ਰਧਾਨਗੀ ਦਿੱਤੀ ਹੈ। ਤੇ ਜਦੋਂ ਆਪਾਂ ਸਰੀਰਕ ਰੂਪੀ ਬਾਣੀ ਨੂੰ ਗੁਰੂ ਸਾਹਿਬ ਦੇ ਚਰਨਾਂ ਵਿੱਚ ਲੈ ਕੇ ਆਵਾਂਗੇ, ਗੁਰੂ ਉਪਦੇਸ਼ ਨਾਲ ਸਾਡੇ ਅੰਦਰ ਰਸ ਪੈਦਾ ਹੋਵੇਗਾ। ਕੀਰਤਨ ਸਰਵਣ ਕਰਦੇ ਆ, ਸਾਡੇ ਅੰਦਰ ਰਸ ਪੈਦਾ ਹੋਵੇਗਾ। ਤੇ ਜਦੋਂ ਸਾਧ ਸੰਗਤ ਦੇ ਰਸ ਪੈਦਾ ਹੋ ਗਿਆ ਤਾਂ ਇਹਨੇ ਅੰਮ੍ਰਿਤ ਬਣ ਜਾਣਾ। ਇੱਕ ਗੱਲ ਚੇਤਾ ਰੱਖਿਓ, ਆਪਾਂ ਭੋਜਨ ਖਾਂਦੇ ਆ ਨਾ, ਤੇ ਜਿਹੜੇ ਭੋਜਨ ਦਾ ਰਸ ਨਹੀਂ ਬਣਦਾ ਅੰਦਰ ਜਾ ਕੇ, ਜਿਹਦਾ ਰਸ ਹੀ ਨਹੀਂ ਬਣਿਆ ਉਹਦਾ ਖੂਨ ਵੀ ਨਹੀਂ ਬਣ ਸਕਦਾ, ਬਣ ਹੀ ਨਹੀਂ ਸਕਦਾ। ਇਸੇ ਤਰ੍ਹਾਂ ਸਾਧ ਸੰਗਤ ਜਿਹਨੂੰ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਆ ਕੇ ਵੀ ਟਿਕਾ ਨਹੀਂ ਆਇਆ, ਦੁਨੀਆ ਦੇ ਜਿਹੜੇ ਮਰਜ਼ੀ ਕੋਨੇ ਤੇ ਚਲੇ ਜਾਓ, ਕਿਤੇ ਟਿਕਾ ਨਹੀਂ ਮਿਲ ਸਕਦਾ, ਕਿਤੇ ਸ਼ਾਂਤੀ ਨਹੀਂ ਮਿਲ ਸਕਦੀ। ਪਰ ਇਹ ਮਨ ਨੂੰ ਸਮਝਾਵੇ ਕੌਣ? ਇਹ ਮਨ ਨੂੰ ਸਮਝਾਵੇ ਕੌਣ? ਇਹ ਮਨ ਨਹੀਂ ਮੰਨਦਾ। ਇਹ ਮਨ ਸਾਡੇ ਸਰੀਰ ਦਾ ਡਰਾਈਵਰ ਹੈ, ਇਹਨੇ ਜਿੱਧਰ ਨੂੰ ਕਹਿਣਾ ਉਧਰ ਨੂੰ ਹੀ ਨਾ ਜਾਣਾ ਹੈ। ਭਾਈ ਕੀ ਕਰ ਸਕਦੇ ਆ? ਸਾਡਾ ਜਨਮ ਅਕਾਰਥ ਜਾ ਰਿਹਾ ਹੈ। ਅੱਖਾਂ ਸਾਡੀਆਂ, ਆਪਣੀ ਅੱਖਾਂ ਦੀਆਂ ਗੱਲ ਕਰੀਏ, ਸਤਿਗੁਰੂ ਜੀ ਬਾਣੀ 'ਚ ਫਰਮਾਨ ਕਰਦੇ ਨੇ, ਨੈਣੋ ਨੀਂਦ ਪਰ ਦ੍ਰਿਸ਼ਟ ਵਿਕਾਰ। ਅੱਖਾਂ ਸਾਡੀਆਂ ਪਰਾਇਆ ਤਨ ਵੇਖਣ ਵਿੱਚ ਲੰਘ ਗਈਆਂ, ਪਰਾਇਆ ਤਨ ਵੇਖਦੀਆਂ ਨੇ। ਸਾਧ ਸੰਗਤ ਇੱਕ ਦੇ ਰੱਜਦੀਆਂ ਨਹੀਂ, ਗੁਰਬਾਣੀ ਵਿੱਚ ਵੀ ਫਰਮਾਨ ਹੈ, ਅੱਖੀ ਦੇਖ ਨ ਰੱਜੀਆਂ ਬਹੁ ਪੜ੍ਹ ਵੀ ਲਿਓ, ਇਕਾਗਰਤਾ ਬਣ ਜਾਂਦੀ ਹੈ। ਸਾਰੇ ਜਪਿਆ ਕਰੋ ਭਾਈ, ਤਾਂ ਜੋ ਰਸ ਬਣੇ, ਆਨੰਦ ਬਣੇ। ਉਹ ਬੜੇ ਰੰਗ ਤਮਾਸ਼ੇ ਵੇਖੇ ਅੱਖੀਆਂ ਨੀਂਦ ਦੀਆਂ, ਰੰਗ ਤਮਾਸ਼ੇ ਵੇਖੇ ਅੱਖੀਆਂ ਨੀਂਦ ਦੀਆਂ, ਬੜੇ ਰੰਗ ਤਮਾਸ਼ੇ ਵੇਖੇ ਅੱਖੀਆਂ ਨੀਂਦ ਦੀਆਂ, ਸਤਨਾਮ ਸ੍ਰੀ ਵਾਹਿਗੁਰੂ। ਮਹਾਂਪੁਰਖ ਪਹੁੰਚ ਚੁੱਕੇ ਨੇ ਭਾਈ। ਮੈਂ ਸਿਰਫ 5 ਮਿੰਟ ਵਿੱਚ ਸਮਾਪਤੀ ਕਰਾਂ। ਸਰਵਣ ਸੋਏ ਸੁਣ ਨਿੰਦ ਵਿਚਾਰ। ਤੇ ਸਾਡੇ ਜਿਹੜੇ ਕੰਨ ਨੇ ਭਾਈ, ਇਹ ਨਿੰਦਿਆ ਸੁਣ ਸੁਣ ਕੇ, ਇਹਨਾਂ ਦਾ ਮਾੜਾ ਹਾਲ ਹੋਇਆ ਨਿੰਦਿਆ ਸੁਣ ਸੁਣ ਕੇ। ਸਤਿਗੁਰੂ ਜੀ ਤਾਂ ਆਖਦੇ ਨੇ ਵੀ ਨਿੰਦਾ ਭਲੀ ਕਿਸੇ ਕੀ ਨਹੀਂ, ਕਿਸੇ ਦੀ ਵੀ ਨਿੰਦਿਆ ਭਲੀ ਨਹੀਂ ਹੈ। ਤੇ ਕਈਆਂ ਦਾ ਇਹ ਸਵਾਲ ਹੁੰਦਾ ਵੀ ਭਾਈ ਅਸੀਂ ਨਿੰਦਿਆ ਕਰਦੇ ਨਹੀਂ ਹੈਗੇ, ਪਰ ਸਾਧ ਸੰਗਤ ਜੀ ਨਿੰਦਿਆ ਕਰਦੇ ਨਹੀਂ ਤਾਂ ਜਿਹੜੇ ਨਿੰਦਿਆ ਕਰ ਰਹੇ ਆ ਉਹਨਾਂ ਕੋਲ ਬੈਠਣਾ ਜ਼ਰੂਰੀ ਹੈ। ਸਤਿਗੁਰੂ ਦੀ ਬਾਣੀ ਤਾਂ ਸਾਨੂੰ ਸਮਝਾਉਣਾ ਕਰਦੀ ਹੈ, ਕਰਨ ਨਾ ਸੁਣੈ ਕਾਹੂ ਕੀ ਨਿੰਦਾ। ਪਿਆਰਿਓ, ਜੇ ਤੂੰ ਨਿੰਦਿਆ ਕਰਦਾ ਨਹੀਂ ਹੈ ਤਾਂ ਨਿੰਦਿਆ ਸੁਣ ਵੀ ਨਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਰਸਨਾ ਸੋਈ, ਰਸਨਾ ਸੋਈ ਲੋਭ ਮੀਠੇ ਸਾਧ। ਤੇ ਸਾਡੀ ਜੇਬਾਂ ਮਿੱਠੇ ਸਵਾਦਾਂ ਵਿੱਚ ਪੈ ਕੇ ਵਿਲਕ ਗਈ ਹੈ, ਆਪਣੇ ਮਾਰਗ ਤੋਂ ਭਟਕ ਗਈ ਹੈ। ਪਿਆਰਿਓ, ਤੇ ਆ ਗਈ ਮਨ ਦੀ ਗੱਲ। ਮੈਂ ਮਨ ਦੀ ਗੱਲ ਕਰਦਾ ਸੀ ਨਾ। ਮਨ ਸੋਇਆ ਮਾਇਆ ਬਿਸਮਾਦ, ਤੇ ਮਨ ਮਾਇਆ ਦੇ ਵਿੱਚ ਪੈ ਕੇ ਬਿਸਮਾਦ ਹੋ ਗਿਆ। ਸਾਧ ਸੰਗਤ ਮਾੜੇ ਪਾਸੇ ਨੂੰ ਚੱਲ ਪਿਆ। ਇਹ ਡਰਾਈਵਰ ਬਣੀ ਬੈਠਾ ਸਰੀਰ ਦਾ। ਇਸ ਗ੍ਰਹਿ ਮੈਂ ਕੋਈ ਜਾਗਤ ਰਹਿ, ਸਾਬਤ ਵਸਤੂ ਆਪਣੀ ਲਹੈ। ਕੋਈ ਤਾਂ ਜਾਗਦਾ ਹੋਵੇ, ਨੇਤਰ ਹੀ ਜਾਗ ਜਾਣ, ਸਾਡੇ ਕਰਮ ਹੀ ਜਾਗ ਜਾਣ, ਸਾਡੀ ਰਸਨਾ ਹੀ ਜਾਗ ਜਾਵੇ। ਇਹ ਮਨ ਦੇ ਹੀ ਸਾਰੇ ਪੁਆੜੇ ਪਾਏ ਨੇ ਪਿਆਰਿਓ। ਪਰ ਜੇ ਕੋਈ ਸਹੀ ਵਰਤੋਂ ਕਰੇ, ਮੰਮਾ ਮਨ ਸੋ ਕਾਜ ਹੈ। ਮਨ ਸਭ ਦੇ ਸਿੱਧ ਹੋਏ, ਮਨ ਹੀ ਮਨ ਸੇ ਕੋਈ ਕਬੀਰਾ। ਮਨ ਸਾ ਮਿਲਿਆ ਨਾ ਕੋਈ, ਜਿਨ੍ਹਾਂ ਨੇ ਸਹੀ ਵਰਤੋਂ ਕੀਤੀ ਹੈ ਭਾਈ। ਜਿਵੇਂ ਬਾਬਾ ਸ਼੍ਰੀ ਚੰਦ ਜੀ ਵੀ ਆਖਦੇ ਨੇ ਨਾ, ਸਤਨਾਮ ਕਾ ਸਭੀ ਪਸਾਰਾ, ਧਰਮ ਨਗਰ ਮੈਂ ਜੋ ਵਰਤਾਰਾ। ਮਨ ਕੀਜੈ ਜੋ ਲਾਗੈ ਖਾਰਾ। ਮਨ ਉਹੀ ਕਰਦਾ ਜੋ ਇਹਨੂੰ ਚੰਗਾ ਲੱਗਦਾ। ਜਹ ਜਹ ਜਾਈਏ ਸਤਨਾਮ ਕੀ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ। ਆਓ ਸਾਧ ਸੰਗਤ ਇੰਨੀਆਂ ਹੀ ਬੇਨਤੀਆਂ ਪ੍ਰਵਾਨ ਕਰੋ, ਆਪਣੇ ਮਨ ਨੂੰ ਸਮਝਾਈਏ। ਓਏ ਸੁਤਿਆ ਮਨਾ ਜਾਗ ਜਾ, ਆਪਣੇ ਮਨਾਂ ਨੂੰ ਆਖੀਏ ਜਾਗ ਰੇ ਮਨ ਜਾਗਣ ਹਾਰੇ, ਗਾਫਲ ਹੋ ਕੇ ਸੋ ਰੇ। ਜਾਗ ਰੇ ਮਨ ਜਾਗਣ ਹਾਰੇ, ਗਾਫਲ ਹੋ ਕੇ ਸੋ ਰੇ। ਜਾਗ ਰੇ ਮਨ ਜਾਗਣ ਹਾਰੇ, ਗਾਫਲ ਹੋ ਕੇ ਸੋ ਰੇ।
ਸਫਲ ਸੋਇਆ। ਭਾਈ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ। ਇਹ ਜੇ ਜਨਮ ਮਿਲਿਆ ਤਾਂ ਗੁਰੂ ਦੇ ਲੜ ਲਾ ਲਈਏ, ਇਹ ਵਾਰ-ਵਾਰ ਨਹੀਂ ਮਿਲਣਾ। ਤੇ ਸਾਧ ਸੰਗਤ ਜਿੱਥੇ ਆਪਾਂ ਗੁਰੂ ਸਾਹਿਬ ਕੀਰਤਨ ਦੀ ਸੇਵਾ ਲੈਂਦੇ ਹਾਂ ਤੇ ਸਾਧ ਸੰਗਤ ਉੱਥੇ ਹੀ ਗੁਰੂ ਸਾਹਿਬ ਦੇ ਦਰ ਦੇ ਬੁਲਾਰੇ ਹੋਣ ਦੇ ਨਾਤੇ ਸਾਡਾ ਵੀ ਫਰਜ਼ ਬਣਦਾ ਹੈ, ਕਿਉਂਕਿ ਸਾਡੀ ਜਿਹੜੀ ਨੌਜਵਾਨੀ ਹੈ ਨਾ, ਇਹ ਨਸ਼ਿਆਂ ਵੱਲ ਬਹੁਤ ਜਾ ਰਹੀ ਹੈ। ਮੈਂ ਮਾਫੀ ਮੰਗ ਕੇ ਸਿਰਫ 2 ਮਿੰਟ ਲਵਾਂਗਾ, ਬਾਬਾ ਜੀ ਮਾਫ ਕਰਿਓ। ਤੇ ਸਾਧ ਸੰਗਤ ਇਹਦੀ ਬਾਬਤ ਇਹ ਚਾਲਾਂ ਗੁੱਜੀਆਂ ਕਦੋਂ ਤੋਂ ਚਲੀਆਂ ਜਾ ਰਹੀਆਂ ਨੇ। ਅੱਜ ਘਰਾਂ ਦੇ ਘਰ ਬਰਬਾਦ ਹੋ ਰਹੇ ਆ ਭਾਈ, ਘਰਾਂ ਦੇ ਘਰ। ਸਾਧ ਸੰਗਤ ਸਾਨੂੰ ਗੋਲੀਆਂ ਨਾਲ ਮਾਰਿਆ ਸੀ, ਨਹੀਂ ਮਰੇ। ਸਾਨੂੰ ਤੋਪਾਂ ਨਾਲ ਮਾਰਿਆ ਸੀ, ਫਿਰ ਵੀ ਨਹੀਂ ਮਰੇ। ਸਾਡੇ ਬੰਦ ਕੱਟ ਦਿੱਤੇ, ਫਿਰ ਵੀ ਸਿੰਘ ਜੁਝਾਰੂ ਨੇ। ਪਰ ਸਾਧ ਸੰਗਤ ਅੱਜ ਦਾ ਸਮਾਂ ਕਿਦਾਂ ਦਾ ਬਣਿਆ, ਇੱਕ ਨਿੱਕਾ ਜਿਹਾ ਟੀਕਾ ਸਾਨੂੰ ਮਾਰ ਦਿੰਦਾ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਉਹਦੀ ਬਾਬਤ ਸਮਾਜ ਸੁਧਾਰ ਵਾਸਤੇ ਇੱਕ ਕਵਿਤਾ ਪੜ੍ਹਨੀ ਹੈ, ਸਾਰੇ ਸਰਵਣ ਕਰਿਓ ਭਾਈ, ਤਾਂ ਜੋ ਸਾਡਾ ਸੁਧਾਰ ਹੋ ਸਕੇ, ਅਸੀਂ ਗੁਰੂ ਸਾਹਿਬ ਦੇ ਲੜ ਲੱਗ ਸਕੀਏ। ਕਿੱਥੇ ਅਸੀਂ ਤੁਰੇ ਫਿਰਦੇ ਹਾਂ, ਇਹਨਾਂ ਦੇ ਵਾਰਸ। ਜਿਹੜਾ ਵਾਰਸ ਸੀ ਨਲੂਏ ਦੇ ਸ਼ੇਰ ਦਾ, ਸੀ ਉਹ ਵੈਰੀ ਦੀ ਨਿਗਾਹ 'ਚ ਬੜੀ ਦੇਰ ਦਾ, ਸੀ ਉਹ ਵੈਰੀ ਦੀ ਨਿਗਾਹ 'ਚ ਬੜੀ ਦੇਰ ਦਾ, ਤੇ ਮੁੰਡੇ ਹੀ ਉਖਾੜ ਸੁੱਟਿਆ। ਜਿਹੜਾ ਤੋਪਾਂ ਨਾਲ ਮਾਰਿਆ ਨਹੀਂ ਮੁੱਕਿਆ, ਉਹ ਚਿੱਟਿਆਂ ਨੇ ਮਾਰ ਸੁੱਟਿਆ। ਜਿਹੜਾ ਤੋਪਾਂ ਨਾਲ ਮਾਰਿਆ ਨਹੀਂ ਮੁੱਕਿਆ, ਉਹ ਚਿੱਟਿਆਂ ਨੇ ਮਾਰ ਸੁੱਟਿਆ। ਉਹ ਮਾਂ ਪਿਓ ਦਾ ਕੀ ਕਸੂਰ ਹੈ, ਪਿੱਛੇ ਰੋਣ ਵਾਸਤੇ ਛੱਡ ਜਾਂਦੇ ਨੇ। ਕੀ ਹੈ ਪਿਓ ਦਾ ਕਸੂਰ, ਕੀ ਹੈ ਮਾਂ ਦਾ, ਪੁੱਤਾਂ ਛੱਡਿਆ ਨੀ ਸਾਨੂੰ ਕਿਸੇ ਥਾਂ ਦਾ। ਕੀ ਹੈ ਪਿਓ ਦਾ ਕਸੂਰ, ਕੀ ਹੈ ਮਾਂ ਦਾ, ਪੁੱਤਾਂ ਛੱਡਿਆ ਨੀ ਸਾਨੂੰ ਕਿਸੇ ਥਾਂ ਦਾ। ਰੋਂਦੀ ਵੀ ਮਾਂ ਹੈ ਉੱਚੀ ਉਦਾਂ ਮਾਰਦੀ ਵੇ, ਪੁੱਤਾਂ ਸਾਨੂੰ ਮਾਰ ਸੁੱਟਿਆ। ਜਿਹੜਾ ਤੋਪਾਂ ਨਾਲ ਮਾਰਿਆ ਨਹੀਂ ਮੁੱਕਿਆ, ਉਹ ਚਿੱਟਿਆਂ ਦੇ ਮਾਰ ਸੁੱਟਿਆ। ਮਾਪੇ ਲੱਭਦੇ ਸੀ ਰਾਤੀ ਬੜੀ ਦੇਰ ਤੋਂ, ਲਾਸ਼ ਮਿਲੀ ਏ ਕੂੜੇ ਦੇ ਸੁਆਟੇ ਤੋਂ। ਮਾਪੇ ਲੱਭਦੇ ਸੀ ਰਾਤੀ ਬੜੀ ਦੇਰ ਤੋਂ, ਲਾਸ਼ ਮਿਲੀ ਏ ਕੂੜੇ ਦੇ ਸੁਆਟੇ ਤੋਂ। ਰੋਂਦੀ ਭੈਣ ਹੈ ਉੱਚੀ ਉਦਾਂ ਮਾਰਦੀ ਵੇ, ਜਾਗ ਉੱਠ ਵੀਰਾ ਸੁੱਤਿਆ। ਜਿਹੜਾ ਤੋਪਾਂ ਨਾਲ ਮਾਰਿਆ ਨਹੀਂ ਮੁੱਕਿਆ, ਉਹ ਚਿੱਟਿਆਂ ਨੇ ਮਾਰ ਸੁੱਟਿਆ। ਜਿਹੜਾ ਤੋਪਾਂ ਨਾਲ ਮਾਰਿਆ ਨਹੀਂ ਮੁੱਕਿਆ, ਉਹ ਚਿੱਟਿਆਂ ਨੇ ਮਾਰ ਸੁੱਟਿਆ। ਸੁਣਿਓ ਭਾਈ, ਗੱਲ ਹੈ ਤੇ ਕੌੜੀ ਪਰ ਸੱਚ ਹੈ। ਜਿਹਨੂੰ ਆਪ ਚੁਣ ਸਿਰ ਤੇ ਬਿਠਾਇਆ ਏ, ਇਹ ਸਿਆਪਾ ਸਾਡੇ ਉਹਨਾਂ ਹੀ ਗਲ ਪਾਇਆ ਏ। ਜਿਹਨੂੰ ਆਪ ਚੁਣ ਸਿਰ ਤੇ ਬਿਠਾਇਆ ਏ, ਇਹ ਸਿਆਪਾ ਸਾਡੇ ਉਹਨਾਂ ਹੀ ਗਲ ਪਾਇਆ ਏ। ਸਾਡੇ ਘਰਾਂ ਵਿੱਚ ਬੋਲਣਗੇ ਉੱਲੂ, ਜੇ ਸੱਚ ਨੂੰ ਵਿਸਾਰ ਸੁੱਟਿਆ। ਜਿਹੜਾ ਤੋਪਾਂ ਨਾਲ ਮਾਰਿਆ ਨਹੀਂ ਮੁੱਕਿਆ, ਉਹ ਚਿੱਟਿਆਂ ਨੇ ਮਾਰ ਸੁੱਟਿਆ। ਜਿਹੜਾ ਤੋਪਾਂ ਨਾਲ ਮਾਰਿਆ ਨਹੀਂ ਮੁੱਕਿਆ, ਉਹ ਚਿੱਟਿਆਂ ਨੇ ਮਾਰ ਸੁੱਟਿਆ। ਆਓ ਭਾਈ ਇੰਨੀ ਕੁ ਬੇਨਤੀਆਂ ਪ੍ਰਵਾਨ ਕਰਿਓ। ਸਮੇਂ ਦੌਰਾਨ ਕੀਰਤਨ ਕਰਦੇ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ ਮਹਾਂਪੁਰਖਾਂ ਦਾ ਸਮਾਂ ਹੈ।